ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨਾ ਹੈ ਲੇਟੈਂਟ ਹੀਟ ਦਾ ਫਿਊਜ਼ਨ ਦਾ ਟੋਪਿਕ, ਕਿਉਂਕਿ ਇਹ ਪਿਛਲੀ ਵੀਡੀਓ 'ਚ ਸਾਡਾ ਰਹਿ ਗਿਆ ਸੀ। ਚੈਪਟਰ ਥਰਮਲ ਪ੍ਰੋਪਰਟੀਜ਼ ਆਫ ਮੈਟਰ, ਕਲਾਸ 11th, ਯੂਨਿਟ 7 ਹੈ ਬਲਕ ਪ੍ਰੋਪਰਟੀਜ਼ ਆਫ ਮੈਟਰ ਦਾ। ਇਹ ਲਾਸਟ ਚੈਪਟਰ ਹੈ। ਹੁਣ ਦੇਖੋ, ਲੇਟੈਂਟ ਹੀਟ ਆਫ ਫਿਊਜ਼ਨ ਕਹਿੰਦੇ the amount of heat required to change the state of unit mass of a substance from a solid to liquid as its melting point is called latent heat of fusion or latent heat of melting. It is denoted by LF. देखो latent heat है, latent heat L तो denote होएगी, fusion ਦੀ ਹੈ ਤੇ ਇੱਥੇ ਆਪਾਂ F ਲਿਖਤਾ। ਤੇ ਆਪਾਂ ਪੜ੍ਹਿਆ ਸੀ ਵੀ latent heat ਕੀ ਕਰਦੀ ਹੈ, ਉਹ amount of heat ਹੈ ਜਿਹੜੀ ਕਿਸੇ ਵੀ substance ਦੀ ਸਟੇਟ ਨੂੰ ਚੇਂਜ ਕਰਦੇ। ਠੀਕ ਹੈ, ਹੁਣ ਫਿਊਜ਼ਨ ਦਾ ਕੀ ਮਤਲਬ ਹੈ, ਜਦੋਂ ਕੋਈ ਵੀ ਸਬਸਟਾਂਸ ਦੀ ਸਟੇਟ ਜਿਹੜੀ ਹੈ ਸੋਲਿਡ ਤੋਂ ਲਿਕੁਇਡ ਬਣ ਜੇ, ਉਹਨੂੰ ਆਪਾਂ ਬੋਲਦੇ ਹਾਂ ਲੇਟੈਂਟ ਹੀਟ ਆਫ ਫਿਊਜ਼ਨ। ਠੀਕ ਹੈ, ਜਿਵੇਂ ਅਗਰ ਕੋਈ ਬਰਫ਼ ਹੈ, ਬਰਫ਼ ਪਿਘਲ ਕੇ ਪਾਣੀ ਬਣ ਜੇ ਅਤੇ ਉਹ ਕੀ ਹੋ ਗਈ, ਲੇਟੈਂਟ ਹੀਟ ਆਫ ਫਿਊਜ਼ਨ। ਐਵੇਂ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ, ਇਹ ਵੀ ਚੇਂਜ ਹੋਏਗੀ ਸਟੇਟ, ਪਰ ਕਾਹਦੇ ਵਿੱਚ, ਲਿਕੁਇਡ ਤੋਂ ਵੇਪਰ ਬਣੇਗਾ। ਇਹ ਲਿਕੁਇਡ ਵੇਪਰ ਦੀ ਐਕਸਚੇਂਜ ਹੈ ਸਟੇਟ ਦੀ, ਇਹਨੂੰ ਆਪਾਂ LV ਦੇ ਨਾਲ ਡਿਨੋਟ ਕਰਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਮੋਡ ਆਫ ਟਰਾਂਸਫਰ ਆਫ ਹੀਟ। ਠੀਕ ਹੈ, ਹੀਟ ਨੂੰ ਅਸੀਂ ਕਿੱਦਾਂ ਟਰਾਂਸਫਰ ਕਰਦੇ ਹਾਂ, ਇਹ ਉਸਦੇ ਮੋਡ ਨੇ। ਠੀਕ ਹੈ, ਇਹਦੇ ਵਿੱਚ ਆਪਾਂ 2-3 ਚੀਜ਼ਾਂ ਪੜ੍ਹਨੀਆਂ ਨੇ। ਸਭ ਤੋਂ ਪਹਿਲਾਂ ਕਹਿੰਦੇ ਜਿਹੜੀ ਹੀਟ ਹੈ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰਾਂਸਫਰ ਕੀਤੀ ਜਾ ਸਕਦੀ ਹੈ 3 ਡਿਫਰੈਂਟ ਮੈਥਡਸ ਦੇ ਨਾਲ। ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲ ਕੰਡਕਸ਼ਨ। ਠੀਕ ਹੈ, ਅਤੇ ਫਿਰ ਸੈਕਿੰਡ ਨੰਬਰ 'ਤੇ ਹੈਗਾ ਕਨਵੈਕਸ਼ਨ, ਫਿਰ ਹੈਗਾ ਰੇਡੀਏਸ਼ਨ। ਸਭ ਤੋਂ ਪਹਿਲਾਂ ਕੰਡਕਸ਼ਨ ਕਹਿੰਦੇ ਇਟ ਇਜ਼ ਅ ਪ੍ਰੋਸੈਸ ਇਨ ਵਿਚ ਹੀਟ ਇਜ਼ ਟਰਾਂਸਮਿਟਡ ਫਰੋਮ ਵਨ ਪਾਰਟ ਆਫ ਅ ਬੋਡੀ ਟੂ ਅਨਦਰ ਐਟ ਅ lower temperature through molecular collisions without any actual flow of matter. ਕੰਡਕਸ਼ਨ ਦੇ ਵਿੱਚ ਕੀ ਹੁੰਦਾ ਹੈ, ਇੱਕ ਪਾਰਟ ਤੋਂ ਦੂਜੇ ਪਾਰਟ ਬੋਡੀ ਦੇ ਤੱਕ ਕਿਵੇਂ ਹੋਏਗਾ, ਲੋ ਟੈਂਪਰੇਚਰ 'ਤੇ। ਦੇਖੋ, ਜਿਵੇਂ ਆਪਣੇ ਕੋਲ ਕੋਈ ਰੋਡ ਹੈ, ਮੰਨ ਕੇ ਚਲੋ ਇਹ ਆਪਣੇ ਕੋਲ ਇੱਕ ਰੋਡ ਹੈ, ਇਹ ਸਾਈਡ ਤੋਂ ਮੈਂ ਇਸਨੂੰ ਹੀਟ ਕੀਤਾ। ਠੀਕ ਹੈ, ਜਦੋਂ ਇਸ ਸਾਈਡ ਤੋਂ ਮੈਂ ਇਹਨੂੰ ਹੀਟ ਕੀਤਾ ਅਤੇ ਜਿਹੜੇ ਇਹਦੇ ਮੋਲੀਕਿਊਲਸ ਨੇ ਉਹ ਕੀ ਕਰਨਗੇ, ਮੂਵ ਕਰਨਾ ਸਟਾਰਟ ਹੋ ਜਾਣਗੇ, ਐਕਸਪੈਂਡ ਕਰਨਗੇ, ਇਹਦਾ ਟੈਂਪਰੇਚਰ ਵੱਧ ਜਾਏਗਾ, ਕਿਉਂਕਿ ਹੀਟ ਕੀ ਕਰਦੀ ਹੈ, ਇੱਕ ਟੈਂਪਰੇਚਰ ਵਧਾਉਂਦੀ ਹੈ, ਇੱਕ ਸਟੇਟ ਨੂੰ ਚੇਂਜ ਕਰਦੀ ਹੈ। ਸਭ ਤੋਂ ਪਹਿਲਾਂ ਇੱਥੇ ਹੁਣ ਉਹ ਕੀ ਕਰੇਗੀ, ਹੀਟ ਇੱਥੇ ਟੈਂਪਰੇਚਰ ਵਧਾ ਦੇਗੀ, ਅਤੇ ਆਪਾਂ ਪੜ੍ਹਿਆ ਵੀ ਹਾਈਅਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਵੱਲ ਜਾਂਦਾ। ਹੁਣ ਇੱਧਰ ਟੈਂਪਰੇਚਰ ਵੱਧ ਗਿਆ ਅਤੇ ਇਸ ਸਾਈਡ ਤੋਂ ਫਿਰ ਇਸ ਸਾਈਡ ਦੇ ਵਿੱਚ ਆਪਣੀ ਜਿਹੜੀ ਹੀਟ ਹੈ ਉਹ ਟਰਾਂਸਫਰ ਹੋ ਜਾਏਗੀ। ਪਰ ਅਗਰ ਇਹੀ ਆਪਾਂ ਵੁਡਨ ਦੀ ਰੋਡ 'ਤੇ ਕਰਾਂਗੇ, ਠੀਕ ਹੈ, ਲੱਕੜ 'ਤੇ ਕਰਾਂਗੇ, ਫਿਰ ਕੀ ਹੋਏਗਾ, ਜੇ ਆਪਾਂ ਜਿੰਨਾ ਚਿਰ ਉਹ ਲੱਕੜ ਨਹੀਂ ਜਲ ਜਾਂਦੀ ਓਨਾ ਚਿਰ ਸਾਡੇ ਹੱਥ ਤੱਕ ਹੀਟ ਨਹੀਂ ਪਹੁੰਚੇਗੀ। ਕਿਉਂਕਿ ਦੇਖੋ ਮੈਂ ਦੱਸਦੀ ਹਾਂ ਕਿੱਦਾਂ, ਇੱਥੇ ਸਾਡੇ ਕੋਲ ਇੱਕ ਰੋਡ ਹੈ, ਇਹ ਲੱਕੜ ਦੀ ਰੋਡ ਹੈ। ਠੀਕ ਹੈ, ਇੱਥੇ ਹੀਟ ਆਪਾਂ ਇਹਨੂੰ ਹੀਟ ਪ੍ਰੋਵਾਈਡ ਕੀਤਾ, ਇੱਥੇ ਜਲਣ ਲੱਗ ਗਈ, ਪਰ ਜਿੰਨਾ ਚਿਰ ਉਹ ਜਲ ਕੇ ਇੱਥੋਂ ਆਪਾਂ ਫੜੀ ਹੋਈਏ ਇੱਥੇ ਤੱਕ ਨਹੀਂ ਪਹੁੰਚਦੀ, ਉਹਨਾਂ ਚਿਰ ਸਾਨੂੰ ਹੀਟ ਮਹਿਸੂਸ ਨਹੀਂ ਹੋਏਗੀ। ਪਰ ਜੇ ਹੀ ਇੱਥੇ ਆਪਾਂ ਆਇਰਨ ਦੀ ਰੋਡ ਲੈਂਦੇ ਕੋਈ, ਠੀਕ ਹੈ, ਆਇਰਨ ਦੀ ਰੋਡ ਲੈਂਦੇ, ਫਿਰ ਕੀ ਹੁੰਦਾ, ਜਦੋਂ ਹੀ ਆਪਾਂ ਉਹਨੂੰ ਇੱਥੋਂ ਗਰਮ ਕਰਦੇ ਅਤੇ ਇੱਥੇ ਮੋਸ਼ਨ 'ਚ ਆ ਜਾਂਦੇ ਜਿਹੜੇ ਵੀ ਮੋਲੀਕਿਊਲਸ ਨੇ, ਟੈਂਪਰੇਚਰ ਵੱਧ ਜਾਂਦਾ ਅਤੇ ਹਾਈਅਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਵੱਲ ਮੋਲੀਕਿਊਲਸ ਜਿਹੜੇ ਨੇ ਮੂਵ ਕਰਨਾ ਸਟਾਰਟ ਕਰ ਦਿੰਦੇ। ਠੀਕ ਹੈ ਜੀ, ਉਸ ਤੋਂ ਬਾਅਦ ਹੈਗਾ ਸਾਡੇ ਕੋਲ ਕਨਵੈਕਸ਼ਨ। ਕਨਵੈਕਸ਼ਨ ਕੀ ਕਹਿੰਦਾ, ਇਟ ਇਜ਼ ਦ ਪ੍ਰੋਸੈਸ ਬਾਏ ਵਿਚ ਹੀਟ ਇਜ਼ ਟਰਾਂਸਮਿਟਡ through a substance from one point to another due to the bodily motion of the heated particles of the substance. ਕਹਿੰਦੇ ਕਨਵੈਂਸ਼ਨ ਉਹ ਪ੍ਰੋਸੈਸ ਹੈ ਹੀਟ ਦੀ, ਜਿੱਥੋਂ ਹੀਟ ਕਿਵੇਂ ਟਰਾਂਸਫਰ ਹੁੰਦੀ ਹੈ ਇੱਕ ਸਬਸਟਾਂਸ ਤੋਂ ਇੱਕ ਸਬਸਟਾਂਸ ਦੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ, ਡਿਊ ਟੂ ਦ ਬੋਡੀਲੀ ਮੋਸ਼ਨ ਆਫ ਦ ਹੀਟਡ ਪਾਰਟੀਕਲਸ ਆਫ ਅ ਸਬਸਟੈਂਸ। ਮਤਲਬ ਜਿਹੜੇ ਸਬਸਟਾਂਸ ਨੂੰ ਅਸੀਂ ਹੀਟ ਕੀਤਾ ਉਹਦੇ ਜਿਹੜੇ ਪਾਰਟੀਕਲਸ ਨੇ ਉਹ ਮੋਸ਼ਨ ਕਰਦੇ ਨੇ, ਤਾਂ ਕਰਕੇ ਹੀਟ ਵੀ ਟਰਾਂਸਫਰ ਹੋ ਜਾਂਦੀ ਹੈ। ਜਿਵੇਂ ਇਹ ਹੁੰਦਾ ਹੈ ਆਪਣੇ ਕੋਲ ਫਲੂਇਡਸ ਦੇ ਵਿੱਚ, ਠੀਕ ਹੈ, ਲਿਕੁਇਡਸ ਦੇ ਵਿੱਚ, ਉੱਪਰਲਾ ਤਾਂ ਸੋਲਿਡ 'ਚ ਹੋ ਗਿਆ, ਜਿਵੇਂ ਰੋਡ, ਕੋਈ ਕੰਟੇਨਰ, ਕੋਈ ਰੋਡ, ਉਹ ਹੋ ਗਿਆ। ਪਰ ਇਹ ਕਿਹਦੇ ਵਿੱਚ ਹੋਏਗੀ, ਫਲੂਇਡ ਦੇ ਵਿੱਚ, ਜਿਹਦੇ ਵਿੱਚ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਹੀਟ ਕਿਵੇਂ ਟਰਾਂਸਫਰ ਹੋਏਗੀ, ਕਿਉਂਕਿ ਉਹਦੇ ਜਿਹੜੇ ਵੀ
ਮੋਲੀਕਿਊਲਸ ਨੇ ਉਹ ਮੋਸ਼ਨ ਦੇ ਵਿੱਚ ਆ ਜਾਣਗੇ। ਫਲੂਇਡ ਗੈਟ ਹੀਟਡ ਥਰੂ ਕਨਵੈਕਸ਼ਨ, ਕਹਿੰਦੇ ਆਪਾਂ ਫਲੂਇਡਸ ਨੂੰ ਹੀਟ ਕੀਤਾ। ਵੈਨ ਫਲੂਇਡ ਇਜ਼ ਹੀਟਡ ਇਟ ਐਕਸਪੈਂਡ, ਠੀਕ ਹੈ, ਜਦੋਂ ਵੀ ਫਲੂਇਡ ਨੂੰ ਹੀਟ ਕੀਤਾ, ਕਿਸੇ ਵੀ ਚੀਜ਼ ਨੂੰ ਹੀਟ ਕੀਤਾ, ਉਹ ਐਕਸਪੈਂਡ ਹੋ ਜਾਂਦੀ ਹੈ। ਇਟਸ ਡੈਂਸਿਟੀ ਡਿਕਰੀਜ਼ਸ, ਉਹਦੀ ਡੈਂਸਿਟੀ ਘੱਟ ਜਾਏਗੀ, ਠੀਕ ਹੈ। ਐਂਡ ਇਟ ਰਾਈਜ਼ਸ ਅਪਵਰਡ, ਫਿਰ ਉਹ ਉੱਪਰ ਨੂੰ ਆ ਜਾਂਦਾ, ਕਿਉਂਕਿ ਜਿੰਨੀ ਜ਼ਿਆਦਾ ਉਹ ਘੱਟ ਸੰਘਣ ਹੋਏਗੀ ਕੋਈ ਵੀ ਚੀਜ਼, ਠੀਕ ਹੈ, ਉਵੇਂ ਹੀ ਉਹਦੀ ਡੈਂਸਿਟੀ ਜਦੋਂ ਘਟੀ ਹੋਏਗੀ ਤਾਂ ਉੱਪਰ ਨੂੰ ਉੱਠ ਜਾਏਗਾ। ਦ ਕੋਲਡਰ ਫਲੂਇਡ ਮੂਵ ਡਾਊਨਵਰਡਸ, ਅਤੇ ਜਿਹੜਾ ਵੀ ਠੰਡਾ ਫਲੂਇਡ ਹੋਏਗਾ, ਜਿਹੜਾ ਹਜੇ ਤੱਕ ਆਪਾਂ ਗਰਮ ਨਹੀਂ ਕੀਤਾ, ਜਿੱਥੇ ਤੱਕ ਐਨਰਜੀ ਨਹੀਂ ਪਹੁੰਚੀ, ਉਹ ਨੀਚੇ ਨੂੰ ਆ ਜਾਏਗਾ। ਦਸ ਕਨਵੈਂਸ਼ਨ ਕਰੰਟ ਆਰ ਸੈਟਅਪ ਇਨ ਦ ਹੀਟਡ ਫਲੂਇਡ, ਇਸ ਕਰਕੇ ਕਨਵੈਂਸ਼ਨ ਫਲੋ, ਕਰੰਟ ਦਾ ਮਤਲਬ ਫਲੋ ਕਿਹਦੇ ਵਿੱਚ ਦੇਖਿਆ ਜਾਂਦਾ? ਫਲੂਇਡਸ ਦੇ ਵਿੱਚ ਵੇਖਿਆ ਜਾਂਦਾ, ਕਿਉਂਕਿ ਇਹ ਜਦੋਂ ਆਪਣੇ ਕੋਲ ਤੇਜ਼ ਹਵਾਵਾਂ ਚੱਲਦੀਆਂ ਨੇ, ਉਹ ਵੀ ਐਵੇਂ ਹੀ ਹੁੰਦਾ ਹੈ ਕਿ ਅਰਥ ਦੇ ਐਟਮੋਸਫੀਅਰ ਦੇ ਆਲੇ ਦੁਆਲੇ ਲੇਅਰ ਹੁੰਦੀ ਹੈ, ਉੱਥੇ ਹਵਾ ਦੇ ਪਾਰਟੀਕਲਸ ਨੇ। ਜਦੋਂ ਹੀ ਸਨ ਦੇ ਨੇੜੇ ਆਈ, ਠੀਕ ਹੈ, ਅਰਥ, ਉਸ ਜੋ ਵੀ ਉਹਨਾਂ ਕੁ ਪਾਰਟ ਜੋ ਸਨ ਦੇ ਨੇੜੇ ਹੈ, ਉਹਦੇ ਵਿੱਚ ਕੀ ਹੁੰਦਾ, ਉਹ ਪਾਰਟੀਕਲਸ ਹੀਟ ਅਪ ਹੋ ਜਾਂਦੇ ਨੇ, ਉਹ ਮੂਵ ਕਰਨ ਲੱਗ ਜਾਂਦੇ ਨੇ, ਫਿਰ ਉਹਨਾਂ ਦੀ ਜਗ੍ਹਾ ਦੂਜੇ ਪਾਰਟੀਕਲਸ ਆ ਕੇ ਉੱਥੇ ਉਹਨਾਂ ਦੀ ਪਲੇਸ ਐਕਵਾਇਰ ਕਰ ਲੈਂਦੇ ਨੇ। ਇਸ ਕਰਕੇ ਕਿਹਨੂੰ ਆਪਾਂ ਇਹਨੂੰ ਬੋਲਦੇ ਹਾਂ ਕਨਵੈਕਸ਼ਨ ਟਰਾਂਸਫਰ ਆਫ ਹੀਟ। ਫਿਰ ਹੈਗਾ ਰੇਡੀਏਸ਼ਨ, ਇਟ ਇਜ਼ ਦ ਪ੍ਰੋਸੈਸ ਬਾਈ ਵਿਚ ਹੀਟ ਇਜ਼ ਟਰਾਂਸਮਿਟਡ ਫਰੋਮ ਵਨ ਪਲੇਸ ਟੂ ਅਨਦਰ ਵਿਦਾਊਟ ਹੀਟਿੰਗ ਦ ਇੰਟਰਵੇਇੰਗ ਮੀਡੀਅਮ, ਮਤਲਬ ਇਹ ਉਹ ਮੋਸ਼ਨ ਹੈ ਹੀਟ ਦਾ ਇੱਕ ਪਲੇਸ ਤੋਂ ਦੂਜੇ ਪਲੇਸ ਤੱਕ, ਜਿਹ 'ਚ ਆਪਾਂ ਉਸਨੂੰ ਹੀਟ ਨਹੀਂ ਕਰਦੇ ਕਿਸੇ ਵੀ ਮੀਡੀਅਮ ਨੂੰ, ਮਤਲਬ ਕਿਸੇ ਮੀਡੀਅਮ ਦਾ ਸਹਾਰਾ ਨਹੀਂ ਲੈਂਦੇ ਹੀਟ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਪਹੁੰਚਾਉਣ ਦੇ ਲਈ, ਠੀਕ ਹੈ, ਕਿਉਂਕਿ ਆਪਾਂ ਉਹਦੇ ਵਿੱਚ ਰੋਡ ਦਾ ਮਤਲਬ ਆਪਾਂ ਯੂਜ਼ ਕੀਤਾ ਕਿ ਇੱਕ ਪੁਆਇੰਟ ਤੋਂ ਰੋਡ ਦੇ ਪਾਰਟੀਕਲਸ ਲੈ ਕੇ ਗਏ, ਆਪਾਂ ਰੋਡ ਨੂੰ ਹੀਟ ਕੀਤਾ, ਠੀਕ ਹੈ। ਐਵੇਂ ਹੀ ਕਨਵੈਕਸ਼ਨ ਦੇ ਵਿੱਚ ਅਸੀਂ ਫਲੂਇਡ ਦੇ ਪਾਰਟੀਕਲਸ ਨੂੰ ਹੀਟ ਕੀਤਾ, ਪਰ ਰੇਡੀਏਸ਼ਨ 'ਚ ਆਪਾਂ ਕਿਸੇ ਵੀ ਮੀਡੀਅਮ ਨੂੰ ਹੀਟ ਨਹੀਂ ਕਰਨਾ। ਜਿਵੇਂ ਇਹਦੀ ਐਗਜ਼ਾਮਪਲ ਹੈਗੀ ਆ ਆਪਣੇ ਕੋਲ, ਜਿਹੜੀ ਹੀਟ ਸਨ ਤੋਂ ਅਰਥ 'ਤੇ ਆਉਂਦੀ ਹੈ, ਠੀਕ ਹੈ। ਹੁਣ ਅਰਥ ਦੇ ਆਲੇ ਦੁਆਲੇ ਐਟਮੋਸਫੇਅਰ, ਪਰ ਸਪੇਸ 'ਚ ਤਾਂ ਕੋਈ ਐਟਮੋਸਫੀਅਰ ਨਹੀਂ ਹੈਗਾ, ਮਤਲਬ ਉਹ ਹੀਟ ਬਿਨਾਂ ਕਿਸੇ ਮੀਡੀਅਮ ਤੋਂ ਸਨ ਤੋਂ ਆਉਂਦੀ ਹੈ ਅਰਥ ਤੱਕ, ਉਸ ਨੂੰ ਆਪਾਂ ਬੋਲਦੇ ਹਾਂ ਰੇਡੀਏਸ਼ਨ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ ਵੀ ਜਿਹੜਾ ਟਰਾਂਸਫਰ ਹੈ ਹੀਟ ਦਾ ਕਿਸੇ ਵੀ ਮੀਡੀਅਮ ਤੋਂ ਬਿਨਾਂ ਹੀ ਹੋ ਜਾਂਦਾ, ਚਾਹੇ ਐਟਮੋਸਫੇਅਰ ਹੈ ਚਾਹੇ ਨਹੀਂ ਹੈ। ਦੇਖੋ ਉਸ ਤੋਂ ਬਾਅਦ ਆਪਾਂ ਨੇ ਪੜ੍ਹਨਾ ਹੀਟ ਕਰੰਟ, ਛੋਟਾ ਜਿਹਾ ਟੌਪਿਕ ਹੈ। ਹੀਟ ਕਰੰਟ ਦੇਖੋ ਕੀ ਹੁੰਦਾ ਹੈ, ਕਹਿੰਦੇ ਦ ਫਲੋ ਆਫ ਹੀਟ ਪਰ ਯੂਨਿਟ ਟਾਈਮ ਇਜ਼ ਕਾਲਡ ਹੀਟ ਕਰੰਟ। ਦੇਖੋ ਹੀਟ ਕਰੰਟ ਕੀ ਹੈ ਕਿ ਕਿੰਨਾ ਫਲੋ ਹੋਇਆ ਹੀਟ ਦਾ ਪਰ ਯੂਨਿਟ ਟਾਈਮ, ਕਿੰਨੇ ਟਾਈਮ ਦੇ ਵਿੱਚ, ਉਹਨੂੰ ਆਪਾਂ ਕੀ ਬੋਲਦੇ ਹਾਂ? ਹੀਟ ਕਰੰਟ। ਇੱਥੇ ਫਾਰਮੂਲਾ ਕੀ ਹੈ? H ਇਜ਼ ਇਕੁਅਲ ਟੂ Q ਅਪੋਨ T, ਠੀਕ ਹੈ। ਹੀਟ ਕਰੰਟ ਕਿਹਦੇ ਇਕੁਅਲ ਹੈ? ਕਿੰਨੀ ਹੀਟ ਟਰਾਂਸਫਰ ਹੋਈ ਕਿੰਨੇ ਟਾਈਮ ਦੇ ਵਿੱਚ। ਰੇਟ ਆਫ ਫਲੋ ਆਫ ਹੀਟ ਇਜ਼ ਕਾਲਡ ਹੀਟ ਕਰੰਟ। ਇਸ ਨੂੰ ਆਪਾਂ H ਦੇ ਨਾਲ ਡਿਨੋਟ ਕਰਦੇ ਹਾਂ, ਅਤੇ ਇਹਦੀ ਯੂਨਿਟਸ ਅਤੇ ਇਹਦੀ ਡਾਇਮੈਂਸ਼ਨਸ ਕੀ ਨੇ? ਵਾਟ, ਠੀਕ ਹੈ। ਡਾਇਮੈਂਸ਼ਨ ਹੋ ਗਈ mL/T-3, ਠੀਕ ਹੈ। ਫਿਰ ਅੱਗੇ ਕਨਵੈਕਸ਼ਨ ਦੀ ਮਾੜੀ ਜੀ ਆਪਾਂ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਪੜ੍ਹਨਾ। ਨੈਚੁਰਲ ਅਤੇ ਫੋਰਸਡ ਕਨਵੈਕਸ਼ਨ ਕਿਹੜੀਆਂ ਨੇ, ਕਈ ਵਾਰ ਕੁਐਸਚਨ ਆ ਜਾਂਦਾ ਹੈ ਡਿਫਰੈਂਟਲੀ ਕਨਵੈਕਸ਼ਨ 'ਤੇ। ਹੁਣ ਦੇਖੋ ਕਨਵੈਕਸ਼ਨ ਕਹਿੰਦੇ ਕੀ ਹੈ? ਇਟ ਇਜ਼ ਦ ਪ੍ਰੋਸੈਸ ਬਾਈ ਵਿਚ ਹੀਟ ਫਲੋ ਫਰੋਮ ਰੀਜਨ ਆਫ ਹਾਈਅਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਬਾਈ ਦ ਐਕਚੁਅਲ ਮੂਵਮੈਂਟ ਆਫ ਦ ਮਟੀਰੀਅਲ ਪਾਰਟੀਕਲਸ। ਦੇਖੋ ਜਿਵੇਂ ਆਪਾਂ ਪੜ੍ਹਿਆ ਸੀ ਰੇਡੀਏਸ਼ਨ 'ਚ ਆਪਾਂ ਕੋਈ ਵੀ ਮੀਡੀਅਮ ਦਾ ਸਹਾਰਾ ਨਹੀਂ ਲੈਂਦੇ, ਕੋਈ ਐਕਚੁਅਲ ਮੂਵਮੈਂਟ ਨਹੀਂ ਹੁੰਦੀ ਉੱਥੇ, ਹੈ ਨਾ। ਪਰ ਕਨਵੈਕਸ਼ਨ 'ਚ ਅਸੀਂ ਕੀ ਪੜ੍ਹਿਆ ਸੀ ਕਿ ਆਪਾਂ ਫਲੂਇਡ ਨੂੰ ਹੀਟ ਕੀਤਾ ਅਤੇ ਉਹਦੀ ਜਗ੍ਹਾ 'ਤੇ ਆ ਅਤੇ ਮੂਵ ਕਰ ਗਿਆ, ਠੀਕ ਹੈ। ਫਿਰ ਇੱਥੇ ਆ ਕੇ ਕੋਈ ਹੋਰ ਪਾਰਟੀਕਲਸ ਨੇ ਇਹਨਾਂ ਦੀ ਜਗ੍ਹਾ ਲੈ ਲਈ, ਮਤਲਬ ਮੂਵਮੈਂਟ ਹੁੰਦੀ ਹੈ। ਕਹਿੰਦੇ ਐਕਚੁਅਲ ਮੂਵਮੈਂਟ ਹੁੰਦੀ ਹੈ ਜਿਹੜੀ ਮਟੀਰੀਅਲ ਪਾਰਟੀਕਲਸ ਦੀ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਕਨਵੈਕਸ਼ਨ ਬੋਲਦੇ ਹਾਂ। ਪ੍ਰੋਸੈਸ ਪਿੱਛੇ ਆਪਾਂ ਪੜ੍ਹ ਹੀ ਲਿਆ। ਹੁਣ ਜਿਹੜੀ ਇਹ ਵਾਲੀ ਕਨਵੈਕਸ਼ਨ ਹੈ ਦੋ ਤਰ੍ਹਾਂ ਦੀ ਹੈ, ਨੈਚੁਰਲ ਜਾਂ ਫਿਰ ਫੋਰਸ। ਹੁਣ ਨੈਚੁਰਲ ਕਨਵੈਕਸ਼ਨ ਕਿਹੜੀ ਹੈ? ਕਹਿੰਦੇ ਇਟ ਇਜ਼ ਦ ਮਟੀਰੀਅਲ if the material moves due to the difference in density the process of heat transfer is called the natural or free convection। ਕਹਿੰਦੇ ਅਗਰ ਤਾਂ ਜਿਹੜੀ ਕਨਵੈਕਸ਼ਨ ਆਪਾਂ ਨੂੰ ਪ੍ਰੋਸੈਸ ਹੋ ਰਹੀ ਹੈ ਉਹ ਹੋਏਗੀ ਡਿਫਰੈਂਸ ਇਨ ਡੈਂਸਿਟੀ, ਜਿਵੇਂ ਡਿਫਰੈਂਸ ਇਨ ਟੈਂਪਰੇਚਰ ਹੁੰਦਾ ਵੀ ਹਾਈਅਰ ਟੈਂਪਰੇਚਰ ਟੂ ਲੋਅਰ ਟੈਂਪਰੇਚਰ ਹੋਏਗਾ। ਕਹਿੰਦੇ ਫਿਰ ਤਾਂ ਉਵੇਂ ਅਗਰ ਕਹਿੰਦੇ ਡੈਂਸਿਟੀ ਦਾ ਡਿਫਰੈਂਸ ਹੈ ਕਿ ਸਿਸਟਮ ਵਾਲਾ ਜ਼ਿਆਦਾ ਡੈਂਸਰ ਹੈ, ਬਾਹਰ ਡੈਂਸਿਟੀ ਨਹੀਂ ਹੈਗੀ, ਜੇ ਇਵੇਂ ਹੋਏਗਾ ਫਿਰ ਤਾਂ ਉਹ ਆਪਣੇ ਕੋਲ ਨੈਚੁਰਲ ਕਨਵੈਕਸ਼ਨ ਹੈ, ਠੀਕ ਹੈ। ਕਹਿੰਦੇ ਨੈਚੁਰਲ ਕਨਵੈਕਸ਼ਨ ਅਰਾਈਜ਼ਿਜ਼ ਡਿਊ ਟੂ ਅਨਈਕੁਅਲ ਹੀਟਿੰਗ ਆਫ ਫਲੂਇਡ
and gravity. Here the more heated and less dense parts of the fluid rise and are replaced. ਇਹ ਆਪਾਂ ਪੜ੍ਹ ਹੀ ਲਿਆ, ਠੀਕ ਹੈ। ਜਿਵੇਂ ਸਾਈਕਲੋਨਸ ਵੀ ਹੁੰਦੇ ਨੇ, ਹਵਾਵਾਂ ਚੱਲਦੀਆਂ ਨੇ, ਅਤੇ ਆਪਾਂ ਪੜ੍ਹਿਆ ਇਹ ਹੁਣੀ ਪਿਛਲੇ ਡੈਫੀਨੇਸ਼ਨ ਪੜ੍ਹੀ ਸੀ ਜਦੋਂ, ਕਿ ਇਹ ਸਾਡੇ ਕੋਲ ਅਰਥ ਹੈ, ਅਰਥ ਦੇ ਆਲੇ ਦੁਆਲੇ ਆਪਣੇ ਕੋਲ ਐਟਮੋਸਫੀਅਰ ਹੈ। ਜਦੋਂ ਰੇਜ਼ ਇੱਥੇ ਪੈਂਦੀਆਂ ਨੇ ਇਹ ਗਰਮ ਹੋ ਕੇ ਮੂਵ ਕਰ ਜਾਂਦਾ, ਇੱਥੇ ਇਹਨਾਂ ਦੀ ਜਗ੍ਹਾ ਕੌਣ ਲੈ ਲੈਂਦਾ? ਕੂਲ ਪਾਰਟੀਕਲਸ ਨੇ ਜਿਹੜੇ, ਉਹ ਲੈ ਲੈਂਦੇ ਨੇ। ਮਤਲਬ ਇੱਥੇ ਕੀ ਹੋ ਗਿਆ? ਖਾਲੀ ਜਗ੍ਹਾ, ਇੱਥੇ ਡੈਂਸਿਟੀ ਘੱਟ ਗਈ, ਠੀਕ ਹੈ। ਇਹ ਵੱਧ ਡੈਂਸਿਟੀ ਵਾਲੇ ਆ ਕੇ ਹਾਈਅਰ ਡੈਂਸਿਟੀ ਟੂ ਲੋਅਰ ਡੈਂਸਿਟੀ ਵੱਲ ਆ ਗਏ। ਇਸ ਕਰਕੇ ਕਹਿੰਦੇ ਜੇ ਤਾਂ ਉਹ ਐਵੇਂ ਹੋ ਰਹੀ ਹੈ ਫਿਰ ਉਹ ਨੈਚੁਰਲ ਕਨਵੈਕਸ਼ਨ ਹੈ। ਪਰ ਜੇ ਆਪਾਂ ਉਨ ਪਾਰਟੀਕਲਸ ਨੂੰ ਕਿਸੇ ਪੰਪ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਟਰਾਂਸਫਰ ਕਰੀਏ, ਠੀਕ ਹੈ, ਇਫ ਦ ਹੀਟਡ ਮਟੀਰੀਅਲ ਇਜ਼ ਫੋਰਸਡ ਟੂ ਮੂਵ ਬਾਈ ਦ ਏਜੰਸੀ ਲਾਈਕ ਪੰਪ ਔਰ ਅ ਬਲੋਅਰ, ਦ ਪ੍ਰੋਸੈਸ ਆਫ ਟਰਾਂਸਫਰ ਇਜ਼ ਕੋਲਡ ਫੋਰਸਡ ਕਨਵੈਕਸ਼ਨ। ਮਤਲਬ ਕਿਸੇ ਪੰਪ ਦੇ ਨਾਲ ਆਪਾਂ ਉਹਨਾਂ ਪਾਰਟੀਕਲਸ ਨੂੰ ਮੂਵ ਕਰਵਾਈਏ, ਇੱਕ ਤਾਂ ਆਪਣੇ ਆਪ ਹੋ ਰਹੇ ਨੇ ਨੇਚਰ ਵਜੋਂ, ਠੀਕ ਹੈ, ਤਾਂ ਹੀ ਤੇਜ਼ ਹਵਾਵਾਂ ਚੱਲਦੀਆਂ ਨੇ, ਸਾਈਕਲੋਨਸ ਆਉਂਦੇ ਨੇ, ਠੀਕ ਹੈ। ਪਰ ਜਿਹੜੀ ਆਪਾਂ ਫੋਰਸ ਕਰਕੇ ਕਿਸੇ ਪੰਪ ਦੇ ਥਰੂ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਹੀਟ ਟਰਾਂਸਫਰ ਕਰੀਏ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਫੋਰਸਡ ਕਨਵੈਕਸ਼ਨ। ਜਿਵੇਂ ਏਅਰ ਕੰਡੀਸ਼ਨਰ ਦੇ ਵਿੱਚ ਉਹ ਪੰਪ ਲੱਗਿਆ ਹੁੰਦਾ, ਉਹ ਹਵਾ ਕਰਦਾ, ਠੀਕ ਹੈ, ਵੀ ਕਮਰਾ ਠੰਡਾ ਕਰਦਾ, ਠੀਕ ਹੈ, ਕਿ ਅੰਦਰਲੀ ਹਵਾ ਉਹ ਬਾਹਰ ਕੱਢ ਦਿੰਦਾ, ਗਰਮ ਹਵਾ। ਫਿਰ ਹੈਗਾ ਆਪਣੇ ਕੋਲ ਕਨਵੈਕਸ਼ਨ ਕਰੰਟ। ਕੀ ਹੈ? ਕਹਿੰਦੇ ਇਨ ਕਨਵੈਕਸ਼ਨ ਦ ਫਲੂਇਡ ਪਾਰਟੀਕਲਸ ਇਨ ਕੰਟੈਕਟ ਵਿਦ ਦ ਸੋਰਸ ਆਫ ਹੀਟ ਬਿਕਮ ਹੌਟਰ, ਐਕਸਪੈਂਡ, ਬਿਕਮ ਲੈਸ ਡੈਂਸ ਐਂਡ ਰਾਈਜ਼। ਦੇਖੋ ਲਾਈਨ ਬਾਈ ਲਾਈਨ ਦੇਖੋ, ਕਹਿੰਦੇ ਜਿਹੜੇ ਕਨਵੈਕਸ਼ਨ ਹੁੰਦੀ ਹੈ, ਜਦੋਂ ਪਾਰਟੀਕਲਸ ਹੀਟ ਹੋਣਗੇ, ਠੀਕ ਹੈ, ਹੀਟ ਹੋ ਕੇ ਉਹ ਐਕਸਪੈਂਡ ਕਰ ਜਾਣਗੇ, ਡੈਂਸਿਟੀ ਘੱਟ ਜਾਏਗੀ ਅਤੇ ਉਹ ਉੱਪਰ ਉੱਠ ਜਾਣਗੇ। ਜਿਵੇਂ ਆਪਾਂ ਹੁਣ ਡਾਇਗਰਾਮ 'ਚ ਵੀ ਸਮਝ ਲਿਆ ਸੀ, ਠੀਕ ਹੈ, ਕਿ ਉੱਥੇ ਕੂਲ ਪਾਰਟੀਕਲਸ ਉਹਨਾਂ ਦੀ ਜਗ੍ਹਾ ਲੈ ਲੈਂਦੇ ਨੇ। ਦੇਅਰ ਪਲੇਸ ਇਜ਼ ਟੇਕਨ ਬਾਈ ਦ ਕੋਲਡਰ ਪਾਰਟੀਕਲਸ, ਕੋਲਡਰ ਪਾਰਟੀਕਲਸ ਉਹਨਾਂ ਦੀ ਜਗ੍ਹਾ ਲੈ ਲੈਣਗੇ। ਦਿਸ ਸੈਟਿੰਗ ਅਪ ਆਫ ਸਰਕੂਲਰ ਕਰੰਟਸ, ਦੀਜ਼ ਆਰ ਕਾਲਡ ਕਨਵੈਕਸ਼ਨਸ। ਇਸ ਕਰਕੇ ਸਰਕੂਲਰ ਕਰੰਟਸ ਚੱਲਦੇ ਨੇ। ਮਤਲਬ ਸਰਕੂਲਰ ਦੇਖੋ ਵੀ ਜਿਵੇਂ ਇਹ ਬਸ ਹਵਾਵਾਂ ਨੂੰ ਹੀ ਐਕਸਪਲੇਨ ਕਰਦੇ ਪਏ ਨੇ। ਇੱਥੇ ਪਾਰਟੀਕਲਸ ਸੀ, ਠੀਕ ਹੈ, ਇਹ ਪਾਰਟੀਕਲਸ ਹੀਟਅਪ ਹੋ ਗਏ, ਇਹ ਰਾਈਜ਼ ਕਰ ਗਏ, ਅਤੇ ਇੱਥੇ ਕੋਲਡ ਪਾਰਟੀਕਲ ਸੀ, ਇਹਨਾਂ ਨੇ ਆ ਕੇ ਇਹਨਾਂ ਦੀ ਜਗ੍ਹਾ ਐਕਵਾਇਰ ਕਰ ਲਈ। ਬਸ ਇੱਕੋ ਹੀ ਕੌਨਸੈਪਟ ਹੈ। ਫਿਰ ਇਹ ਕੀ ਹੋਣਗੇ? ਫਿਰ ਇਹ ਹੀਟ ਹੋ ਜਾਣਗੇ, ਫਿਰ ਹੋਰ ਆਉਣਗੇ, ਇਵੇਂ ਹੀ ਇਹ ਸਾਈਕਲ ਚੱਲਦਾ ਰਹਿੰਦਾ। ਇਹਨੂੰ ਆਪਾਂ ਕੀ ਬੋਲਦੇ ਹਾਂ? ਕਨਵੈਕਸ਼ਨ ਕਰੰਟ ਬੋਲਦੇ ਹਾਂ, ਠੀਕ ਹੈ। ਇਹ ਜਿਹੜਾ ਥਰਮਲ ਕਨਵੈਕਸ਼ਨ ਦਾ ਫਿਨੋਮੀਨਾ ਹੈ, ਠੀਕ ਹੈ, ਇਹ ਕਿਹਦੇ 'ਚ ਯੂਜ਼ ਹੁੰਦਾ? ਆਪਣੀ ਬੋਡੀ ਦੇ ਵਿੱਚ ਵੀ ਰੈਗੂਲੇਟ ਕਰਦਾ ਟੈਂਪਰੇਚਰ ਨੂੰ, ਕਿ ਟੈਂਪਰੇਚਰ ਜਦੋਂ ਵੱਧਦਾ ਆਪਣੀ ਬੋਡੀ ਉਹ ਕਰ ਲੈਂਦੀ, ਉਸ ਨੂੰ ਸਹਿਣ ਕਰ ਦਿੰਦੀ ਹੈ, ਠੀਕ ਹੈ। ਮਤਲਬ ਉਹ ਕੀ ਕਰਦਾ ਹੈ? ਆਪਣੀ ਬੋਡੀ ਦਾ ਟੈਂਪਰੇਚਰ ਮੇਨਟੇਨ ਕਰਨ ਦੇ ਵਿੱਚ ਵੀ ਇਹ ਹੈਲਪਫੁਲ ਹੈ। ਕਹਿੰਦੇ ਇਨ ਦ ਹਿਊਮਨ ਬੋਡੀ ਦ ਹਾਰਟ ਐਕਟਸ ਦ ਪੰਪ ਦੈਟ ਰੈਗੂਲੇਟ ਬਲੱਡ। ਹੁਣ ਹਾਰਟ ਪੰਪ ਕਰਦਾ ਹੈ, ਠੀਕ ਹੈ, ਸਾਰੇ ਬਲੱਡ ਨੂੰ ਥਰੂ ਡਿਫਰੈਂਟ ਪਾਰਟਸ ਆਫ ਡਿਫਰੈਂਟ ਪਾਰਟਸ ਤੱਕ ਪਹੁੰਚਾਉਂਦਾ ਹੈ, ਅਤੇ ਉਹ ਕੀ ਕਰਦਾ ਹੈ? ਟਰਾਂਸਫਰ ਕਰਦਾ ਐਨਰਜੀ ਉਹਨੂੰ ਫੋਰਸਡ, ਉਹਨੂੰ ਆਪਾਂ ਕੀ ਬੋਲਾਂਗੇ? ਫੋਰਸ, ਕਿਉਂਕਿ ਉਹ ਹਾਰਟ ਖੁਦ ਵੇਨਸ ਅਤੇ ਆਰਟਰੀਜ਼ ਦੇ ਦੁਆਰਾ, ਠੀਕ ਹੈ, ਟਰਾਂਸਫਰ ਕਰੇਗਾ, ਖੁਦ ਆਪਣੇ ਆਪ ਨਹੀਂ ਹੋ ਰਿਹਾ। ਹਾਰਟ ਪੰਪ ਕਰੇਗਾ, ਅਤੇ ਉਹ ਜਿਹੜਾ ਅਗਰ ਹਾਰਟ ਜਿਵੇਂ ਆਪਾਂ ਕਹਿੰਦੇ ਹਾਂ ਵੀ ਨਹੀਂ, ਦਿਲ ਚੱਜ ਤਰ੍ਹਾਂ ਮੂਵਮੈਂਟ ਨਹੀਂ ਕਰ ਰਿਹਾ, ਕੋਈ ਪ੍ਰੋਬਲਮ ਹੈ ਬੋਡੀ 'ਚ, ਫਿਰ ਤਾਂ ਵੀ ਕਿਹੜਾ ਬਲੱਡ ਆਪਣੇ ਆਪ ਜਾਏਗਾ? ਉਹ ਕੀ ਕਰਦਾ? ਹਾਰਟ ਦੇ ਪੰਪ ਕਰਨ ਦੇ ਕਾਰਨ ਉਹ ਇੱਕ ਪੰਪ ਹੈ, ਠੀਕ ਹੈ, ਜਿਵੇਂ ਏਅਰ ਕੰਡੀਸ਼ਨਰ 'ਚ ਲੱਗਾ ਸੀ, ਠੀਕ ਹੈ, ਉਹ ਇੱਕ ਪੰਪ ਹੈ ਜੋ ਹੀਟ ਨੂੰ ਟਰਾਂਸਫਰ ਕਰਦਾ, ਠੀਕ ਹੈ, ਜੋ ਆਪਣੇ ਬੋਡੀ ਟੈਂਪਰੇਚਰ ਨੂੰ ਕੌਨਸਟੈਂਟ ਬਣਾ ਕੇ ਰੱਖਦਾ ਹੈ। ਕਿਉਂਕਿ ਅਗਰ ਰੈਗੂਲੇਟਲੀ ਬਲੱਡ ਨਹੀਂ ਜਾਏਗਾ, ਕਿਤੇ ਨਹੀਂ ਪਹੁੰਚੇਗਾ, ਉਹ ਚੀਜ਼ ਠੰਡੀ ਹੋ ਜਾਏਗੀ, ਉਹ ਹੋ ਜਾਏਗਾ ਇਸ ਤਰੀਕੇ ਦੇ ਨਾਲ, ਠੀਕ ਹੈ। ਅਤੇ ਟਰੇਡ ਵਿੰਡਸ ਦੇਖੋ, ਹਵਾਵਾਂ ਚੱਲਦੀਆਂ ਨੇ, ਸੇਮ ਇੱਕ ਹੀ ਇੱਕ ਨੈਚੁਰਲ ਕਨਵੈਕਸ਼ਨ ਹੈ। ਇਹ ਤਾਂ ਅਰਥ ਦੇ ਵੱਲੋਂ ਮਤਲਬ ਫੋਰਸਡ ਕੁਛ ਨਹੀਂ ਹੈਗਾ, ਇਹਦੇ ਵਿੱਚ ਆਪਣੇ ਆਪ ਹੀ ਪਾਰਟੀਕਲਸ ਉਹਨਾਂ ਦੀ ਆ ਕੇ ਜਗ੍ਹਾ ਐਕਵਾਇਰ ਕਰ ਲੈਂਦੇ ਨੇ। ਬਸ ਇਹ 'ਚ ਕੁਛ ਨਹੀਂ ਸੀ ਕੀਤਾ, ਕਨਵੈਕਸ਼ਨ ਦੀ ਡੈਫੀਨੇਸ਼ਨ ਪੜ੍ਹੀ, ਨੈਚੁਰਲ ਕਨਵੈਕਸ਼ਨ ਅਤੇ ਫੋਰਸ ਕਨਵੈਕਸ਼ਨ, ਠੀਕ ਹੈ। ਫਿਰ ਹੈਗਾ ਆਪਣੇ ਕੋਲ ਇੱਕ ਲਾਸਟ ਹੀ ਟੋਪਿਕ ਹੈ ਆਪਣੇ ਇਸ ਚੈਪਟਰ ਦਾ, ਮੇ ਬੀ, ਹਾਂਜੀ ਲਾਸਟ ਹੀ ਹੈ, ਅਤੇ ਇੱਕ ਟੋਪਿਕ ਹੋਰ ਹੈ ਬਸ, ਨਿਊਟਨਸ ਲਾਅ ਆਫ ਕੂਲਿੰਗ, ਠੀਕ ਹੈ। ਨਿਊਟਨ ਲਾਅ ਆਫ ਕੂਲਿੰਗ ਕੀ ਕਹਿੰਦਾ ਹੈ? ਇਟ ਸਟੇਟ ਦੈਟ ਦ ਰੇਟ ਆਫ ਕੂਲਿੰਗ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਟੈਂਪਰੇਚਰ ਡਿਫਰੈਂਸ ਬਿਟਵੀਨ ਦ ਬੋਡੀ ਐਂਡ ਇਟਸ ਸਰਾਊਂਡਿੰਗ। ਦੇਖੋ ਇਹ ਹਾਂਜੀ, ਆ ਆਪਣੇ ਕੋਲ ਕੋਈ ਸਿਸਟਮ ਹੈ, ਠੀਕ ਹੈ, ਆ ਬਾਕੀ ਇਹਦੇ ਆਲੇ ਦੁਆਲੇ ਸਰਾਊਂਡਿੰਗ ਹੈ, ਠੀਕ ਹੈ। ਹੁਣ ਕਹਿੰਦੇ ਰੇਟ ਆਫ ਕੂਲਿੰਗ, ਇਹ ਚੀਜ਼ ਕਿੰਨੀ ਠੰਡੀ ਹੈ, ਮਤਲਬ ਕਿੰਨਾ ਲੋਸ ਹੋਇਆ ਐਨਰਜੀ ਦਾ, ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗੀ? ਟੈਂਪਰੇਚਰ ਦੇ। ਵੀ ਟੈਂਪਰੇਚਰ ਬੋਡੀ ਅਤੇ ਸਰਾਊਂਡਿੰਗ 'ਚ ਕਿੰਨਾ? ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਦੇਖੋ ਆਪਾਂ ਕੀ ਪੜ੍ਹਿਆ ਸੀ ਕਿ
ਵੀ ਹਾਈਅਰ ਟੈਂਪਰੇਚਰ ਆਪਾਂ ਪੜ੍ਹ ਲਿਆ ਵੀ ਲੋਅਰ ਟੈਂਪਰੇਚਰ, ਬਸ ਇੱਕੋ ਹੀ ਲਾਈਨ ਹੈ, ਇਹੀ ਰੱਟਣੀ ਹੈ। ਠੀਕ ਹੈ, ਜਿੰਨਾ ਜ਼ਿਆਦਾ ਟੈਂਪਰੇਚਰ ਡਿਫਰੈਂਸ ਹੋਏਗਾ ਓਨੀ ਹੀ ਜ਼ਿਆਦਾ ਹੀਟ ਟਰਾਂਸਫਰ ਹੋਏਗੀ, ਹੈ ਨਾ। ਅੰਦਰ ਟੈਂਪਰੇਚਰ ਬਹੁਤ ਜ਼ਿਆਦਾ, ਬਾਹਰ ਬਹੁਤ ਹੀ ਘੱਟ ਹੈ, ਬਹੁਤ ਜ਼ਿਆਦਾ ਹੀਟ ਜਿਹੜੀ ਹੈ ਟਰਾਂਸਫਰ ਹੋਏਗੀ ਸਰਾਊਂਡਿੰਗ ਦੇ ਵਿੱਚ। ਠੀਕ ਹੈ, ਉਵੇਂ ਹੀ ਕਹਿੰਦੇ ਵੀ ਉਹ ਰੇਟ ਆਫ ਕੂਲਿੰਗ ਕੀ ਹੈ, ਮਤਲਬ ਕਿੰਨੀ ਐਨਰਜੀ ਨੇ ਲੋਸ ਹੋਣਾ ਹੈ, ਉਹ ਕਿਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਟੈਂਪਰੇਚਰ ਦੇ। ਦੋਨਾਂ ਸਿਸਟਮ ਅਤੇ ਸਰਾਊਂਡਿੰਗ ਦੇ ਵਿੱਚ ਪ੍ਰੋਵਾਈਡਡ ਦ ਟੈਂਪਰੇਚਰ ਡਿਫਰੈਂਸ ਇਜ਼ ਸਮੋਲ, ਮਤਲਬ ਕਿ ਅਗਰ ਉਹ ਸਮੋਲ ਹੈ ਤਾਂ ਫਿਰ ਥੋੜ੍ਹੀ ਐਨਰਜੀ ਲੋਸ ਹੋਏਗਾ, ਅਗਰ ਜ਼ਿਆਦਾ ਹੈ ਤਾਂ ਜ਼ਿਆਦਾ ਐਨਰਜੀ ਦਾ ਲੋਸ ਹੋਏਗਾ। ਠੀਕ ਹੈ, ਹੁਣ ਮੈਥਾਮੈਟਿਕਲੀ ਇਹਦਾ ਐਕਸਪ੍ਰੈਸ਼ਨ ਇਹਨਾਂ ਨੇ ਕੀ ਬਣਾਇਆ, ਹੀਟ ਕਰੰਟ ਇੱਥੇ ਕਿਉਂਕਿ ਆਪਾਂ ਨੇ ਲਿਆ ਕਿਉਂਕਿ ਇਹ ਤਾਂ ਹੀਟ ਕਰੰਟ ਦਾ ਫਾਰਮੂਲਾ ਸੀ ਨਾ, ਡੀ ਕਿਊ ਅਪੋਨ ਡੀ ਟੀ, ਕਿਊ ਅਪੋਨ ਡੀ ਟੀ। ਠੀਕ ਹੈ, ਇਹ ਕਿਉਂ ਲਿਆ, ਕਿਉਂਕਿ ਦੇਖੋ ਕਿੰਨੇ ਟਾਈਮ ਦੇ ਵਿੱਚ ਹੋਏਗਾ। ਠੀਕ ਹੈ, ਕਿਉਂਕਿ ਇਹ ਤਾਂ ਹੈ ਨਹੀਂ ਕਿ ਹਾਂ ਚੱਲਦਾ ਹੀ ਰਹਿਣਾ, ਕਿਸੇ ਪਰਟੀਕੂਲਰ ਟਾਈਮ ਦੇ ਵਿੱਚ ਹੋਣਾ। ਅਤੇ ਇਸ ਕਰਕੇ ਇਹ ਕੀ ਹੈ, ਜਿਹੜੀ ਹੀਟ ਕਰੰਟ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਆਏਗਾ ਟੈਂਪਰੇਚਰ ਦੇ। ਠੀਕ ਹੈ, ਹੁਣ ਟੈਂਪਰੇਚਰ T1 ਮਾਈਨਸ T2 ਲੈ ਲਓ, ਇਹਨਾਂ ਨੇ T ਮਾਈਨਸ T0 ਲੈ ਲਿਆ, ਹੈ ਨਾ। ਅਤੇ ਕਹਿੰਦੇ ਵੀ ਟੈਂਪਰੇਚਰ ਡਿਫਰੈਂਸ ਜਿੰਨਾ ਹੈ ਦੋਨਾਂ ਦੇ ਸਿਸਟਮ ਅਤੇ ਸਰਾਊਂਡਿੰਗ ਦੇ ਵਿੱਚ, ਉਹ ਕਿਹਦੇ ਬਰਾਬਰ ਹੋਏਗਾ ਵੀ ਕਿੰਨੀ ਹੀਟ ਲੋਸ ਹੋਣੀ ਹੈ। ਆਹ ਚੀਜ਼ ਹੈ, ਦੇਖੋ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਤਾਂ ਆਪਾਂ ਕੌਨਸਟੈਂਟ ਲਾਤਾ ਨਾ, ਇੱਥੇ ਕੀ ਹੈਗਾ T ਮਾਈਨਸ T0 ਜਾਂ ਫਿਰ T1 ਮਾਈਨਸ T2, ਕੁਛ ਮਰਜ਼ੀ ਲਿਖ ਲਓ। ਠੀਕ ਹੈ, ਉਸ ਤੋਂ ਬਾਅਦ ਡੀ ਕਿਊ ਇੱਧਰ ਐਵੇਂ ਹੀ ਰਿਹਾ। ਠੀਕ ਹੈ, ਆਪਣੇ ਕੋਲ, ਅਤੇ ਇਹ ਜਿਹੜਾ ਡੀ ਟੀ ਹੈ ਇਹ ਦੂਜੀ ਸਾਈਡ 'ਤੇ ਚਲਾ ਗਿਆ, ਹੈ ਨਾ। ਫਿਰ ਕੌਨਸਟੈਂਟ ਦੀ ਜਗ੍ਹਾ ਇੱਥੇ ਆਪਾਂ ਨੇ ਐਮ ਸੀ ਲਗਾਇਆ ਹੋਇਆ, ਮੇ ਬੀ ਡੀ ਕਿਊ ਇਜ਼ ਇਕੁਅਲ ਟੂ ਐਮ ਸੀ ਅਪੋਨ ਐਮ ਸੀ ਇਨਟੂ ਡੀ ਟੀ ਹੈ। ਠੀਕ ਹੈ, ਕਹਿੰਦੇ ਹੁਣ ਜਿਹੜਾ ਕੇ ਹੈ ਆਪਣੇ ਕੋਲ ਉਹ ਤਾਂ ਕੌਨਸਟੈਂਟ ਹੈ। ਠੀਕ ਹੈ, ਅਤੇ ਕਹਿੰਦੇ ਐਮ ਮਾਸ ਹੈ ਅਤੇ ਸੀ ਕੀ ਹੈ, ਸਪੈਸੀਫਿਕ ਹੀਟ ਹੈ ਬੋਡੀ ਦੇ ਟੈਂਪਰੇਚਰ 'ਤੇ। ਮਤਲਬ ਕੋਈ ਵੀ ਬੋਡੀ ਹੈ ਕਿਸੇ ਟੈਂਪਰੇਚਰ 'ਤੇ ਉਦੋਂ ਕੁਛ ਨਾ ਕੁਛ ਮਾਸ ਹੋਏਗਾ, ਉਹਦੀ ਕੁਛ ਨਾ ਕੁਛ ਸਪੈਸੀਫਿਕ ਹੀਟ ਹੋਏਗੀ। ਠੀਕ ਹੈ, ਅਤੇ ਕਹਿੰਦੇ ਇਫ ਦ ਟੈਂਪਰੇਚਰ ਆਫ ਬੋਡੀ ਫੋਲਸ ਬਾਈ ਸਮੋਲ ਅਮਾਊਂਟ ਡੀ ਟੀ ਇਨ ਟਾਈਮ ਡੀ ਟੀ ਦੈਨ ਦ ਅਮਾਊਂਟ ਆਫ ਹੀਟ ਲੋਸਟ ਇਜ਼। ਕਹਿੰਦੇ ਜੇ ਉਹ ਟੈਂਪਰੇਚਰ ਨੂੰ ਆਪਾਂ ਘਟਾ ਦਈਏ ਟਾਈਮ ਦੇ ਨਾਲ, ਟਾਈਮ ਵੀ ਘੱਟ ਲੈ ਲਈਏ ਅਤੇ ਟੈਂਪਰੇਚਰ ਵੀ ਘੱਟ ਲੈ ਲਈਏ, ਫਿਰ ਹੀਟ ਲੋਸ ਕਿਹਦੇ ਬਰਾਬਰ ਆ ਜਾਏਗਾ ਸਾਡੇ ਕੋਲ, ਡੀ ਕਿਊ ਇਜ਼ ਇਕੁਅਲ ਟੂ ਐਮ ਸੀ ਮਾਸ ਅਤੇ ਸਪੈਸੀਫਿਕ ਹੀਟ। ਠੀਕ ਹੈ, ਇਨਟੂ ਡੀ ਟੀ ਕੀ ਹੈ, ਟੈਂਪਰੇਚਰ ਹੈ ਸਾਡੇ ਕੋਲ, ਕਿਉਂਕਿ ਫਿਰ ਟਾਈਮ ਤਾਂ ਬਹੁਤ ਛੋਟਾ ਹੈ, ਟਾਈਮ ਤੁਸੀਂ 1 ਸੈਕਿੰਡ ਲਾਓਗੇ, ਫਿਰ ਉਹਨੂੰ ਨਾ ਵੀ ਲਾਓ, ਉਹਨੂੰ ਨੈਗਲੈਕਟ ਕਰ ਦਿਓ, ਉਹ ਕੁਛ ਨਹੀਂ ਹੈਗਾ। ਜਿਵੇਂ ਅਗਰ ਡੀ ਕਿਊ ਟੈਂਪਰੇਚਰ ਅਸੀਂ 1 ਸੈਕਿੰਡ ਮੰਨ ਕੇ ਚੱਲਾਂਗੇ, ਫਿਰ ਡੀ ਟੀ ਭਾਵੇਂ ਲਿਖੋ ਭਾਵੇਂ ਨਾ ਲਿਖੋ, ਹੈਗਾ ਤਾਂ 1 ਹੀ ਹੈ, ਮਤਲਬ ਨੀਚੇ ਕੁਛ ਨਹੀਂ ਹੈਗਾ। ਸੋ ਇਹ ਕਿੰਨਾ ਆ ਜਾਏਗਾ ਸਾਡੇ ਕੋਲ, ਦੇਖੋ ਦੋਨਾਂ ਸਾਈਡਸ 'ਤੇ ਡੀ ਟੀ ਆਪਾਂ ਨੇ ਥੱਲੇ ਡਿਵਾਈਡ ਕਰ ਲਿਆ, ਇਹ ਹੀ ਸਾਡੇ ਕੋਲ ਰੇਟ ਹੈ ਹੀਟ ਲੋਸ ਦਾ। ਜ਼ਿਆਦਾ ਡੈਰੀਵੇਸ਼ਨ ਇਹਦੀ ਕਰਨ ਦੀ ਲੋੜ ਨਹੀਂ ਹੈਗੀ, ਇਹਦੀ ਸਿਰਫ ਇੱਕ ਡੈਫੀਨੇਸ਼ਨ ਕਰਨ ਦੀ ਲੋੜ ਹੈ, ਕਿਉਂਕਿ ਇਹ ਸਿਲੇਬਸ ਦੇ ਵਿੱਚੋਂ ਕਟਵਾ ਦਿੱਤਾ ਗਿਆ ਹੈ ਹੁਣ। ਠੀਕ ਹੈ ਜੀ, ਇੱਕ ਮਿੰਟ, ਹੁਣ ਇਹ ਜੋ ਐਮ ਸੀ ਸੀ ਇਸ ਸਾਈਡ 'ਤੇ ਪਲੱਸ ਦਾ, ਦੂਜੀ ਸਾਈਡ 'ਤੇ ਮਾਈਨਸ ਦਾ ਹੋਏਗਾ, ਅਤੇ ਜੋ ਆਪਣੇ ਕੋਲ ਡੀ ਕਿਊ ਡੀ ਟੀ ਸੀ ਆਪਾਂ ਉੱਤੇ ਕਿਹਦੇ ਇਕੁਅਲ ਲਏ ਸੀ, ਦੇਖੋ ਇਹ ਆਪਣੇ ਕੋਲ ਇੱਕ ਅਲੱਗ ਇਕੁਏਸ਼ਨ ਹੈ, ਇਹ ਆਪਣੇ ਕੋਲ ਇੱਕ ਅਲੱਗ ਇਕੁਏਸ਼ਨ ਹੈ। ਠੀਕ ਹੈ, ਹੁਣ ਇੱਕ ਡੀ ਕਿਊ ਇਹਦੇ ਵੀ ਬਰਾਬਰ ਹੈ, ਇੱਕ ਡੀ ਕਿਊ ਇਹਦੇ ਬਰਾਬਰ ਹੈ, ਸੋ ਮਤਲਬ ਦੋਨੋਂ ਆਪਸ 'ਚ ਬਰਾਬਰ ਨੇ। ਸੋ ਇੱਥੇ ਇੱਕ ਤਾਂ ਆਪਾਂ ਆਹ ਵਾਲਾ ਲੈ ਲਿਆ, ਇੱਕ ਇੱਥੇ ਮਾਈਨਸ ਕਿਉਂ ਲਗਾਇਆ ਐਮ ਸੀ ਦੇ ਉੱਤੇ, ਐਮ ਸੀ ਦੇ ਅੱਗੇ, ਕਿਉਂਕਿ ਉੱਪਰ ਆਪਾਂ ਦੇਖੋ ਡੀ ਕਿਊ ਇੱਥੇ ਮਾਈਨਸ ਦਾ ਲਿਆ ਸੀ। ਇਹ ਆਉਂਦੀ ਹੈ ਸਮਝ, ਠੀਕ ਹੈ, ਨਹੀਂ ਆਉਂਦੀ ਤਾਂ ਵੀ ਠੀਕ ਹੈ। ਠੀਕ ਹੈ, ਅਤੇ ਮਾਈਨਸ ਐਮ ਸੀ ਡੀ ਟੀ ਡੀ ਟੀ ਉੱਪਰ ਕੈਪੀਟਲ ਟੀ ਨੀਚੇ ਸਮੋਲ ਟੀ ਹੈ, ਮਤਲਬ ਆਹ ਵਾਲੀ ਸੈਕਿੰਡ ਵਾਲੀ ਆਪਾਂ ਨੇ ਇਕੁਏਸ਼ਨ ਲਈ ਇਜ਼ ਇਕੁਅਲ ਟੂ ਆਪਾਂ ਫਸਟ ਵਾਲੀ ਇਕੁਏਸ਼ਨ ਰੱਖਤੀ। ਠੀਕ ਹੈ, ਜਦੋਂ ਦੋਨਾਂ ਨੂੰ ਆਪਾਂ ਇਵੈਲਿਊਏਟ ਕੀਤਾ, ਠੀਕ ਹੈ, ਇਕੁਏਟ ਕੀਤਾ, ਅਤੇ ਆਪਣੇ ਕੋਲ ਬਸ ਇਹ ਆ ਜਾਂਦਾ ਫਾਰਮੂਲਾ। ਠੀਕ ਹੈ, ਨਿਊਮੈਰੀਕਲਸ ਸ਼ਾਇਦ ਇਸ ਫਾਰਮੂਲੇ ਦੇ ਬੇਸਿਸ 'ਤੇ ਆ ਜਾਣ, ਬਟ ਡੈਰੀਵੇਸ਼ਨ CBSE ਦੇ ਸਿਲੇਬਸ 'ਚੋਂ ਵੀ ਕੱਟ ਹੋ ਗਈ ਹੈ। ਬਸ ਇੰਨਾ ਯਾਦ ਰੱਖਣਾ ਵੀ ਨਿਊਟਨਸ ਲਾਅ ਨੇ ਇਹ ਕਿਹਾ ਸੀ ਕਿ ਜਿੰਨੀ ਐਨਰਜੀ ਲੋਸ ਹੋਣੀ ਹੈ ਉਹ ਕਾਹਦੇ 'ਤੇ ਡਿਪੈਂਡ ਹੈ, ਵੀ ਟੈਂਪਰੇਚਰ ਡਿਫਰੈਂਸ ਕਿੰਨਾ ਹੈ। ਠੀਕ ਹੈ, ਉਂਝ ਹੈਗਾ ਈਜ਼ੀ ਹੈ, ਬਸ ਦੋ ਆਪਣੇ ਕੋਲ ਇਕੁਏਸ਼ਨਸ ਨੇ, ਇੱਕ ਉੱਪਰ ਦਿੱਤੀ ਸੀ ਜਿਹੜੀ ਮਾਈਨਸ ਡੀ ਕਿਊ ਡੀ ਟੀ ਵਾਲੀ, ਇੱਕ ਜਿਹੜੀ ਨੀਚੇ ਆਈ ਹੈ ਆਪਣੇ ਕੋਲ ਡੀ ਕਿਊ ਇਜ਼ ਇਕੁਅਲ ਟੂ ਐਮ ਸੀ ਡੀ ਟੀ ਵਾਲੀ। ਬਸ ਇਹਨਾਂ ਨੂੰ ਆਪਾਂ ਨੇ ਇਕੁਅਲ ਰੱਖ ਕੇ ਸੋਲਵ ਕਰਨਾ।
ਉਦੋਂ ਬਾਅਦ ਹੈਗਾ ਸਾਡੇ ਕੋਲ ਥਰਮਲ ਰੇਡੀਏਸ਼ਨ। ਥਰਮਲ ਰੇਡੀਏਸ਼ਨ ਦੀ ਵੀ ਡੈਫੀਨੇਸ਼ਨ ਹੀ ਕਰਨੀ ਹੈ। ਕਹਿੰਦੇ ਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਐਮਿਟਡ ਬਾਈ ਅ ਬੋਡੀ ਬਾਈ ਦ ਵਰਚੂ ਆਫ ਇਟਸ ਟੈਂਪਰੇਚਰ ਕਾਲਡ ਥਰਮਲ ਰੇਡੀਏਸ਼ਨ ਔਰ ਰੇਡੀਐਂਟ ਐਨਰਜੀ। ਮਤਲਬ ਕਹਿੰਦੇ ਉਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਜਿਹੜੀਆਂ ਕਿਸੇ ਵੀ ਬੋਡੀ ਦੇ ਦੁਆਰਾ ਇਮਿਟ ਕੀਤੀਆਂ ਜਾਂਦੀਆਂ ਨੇ, ਬਾਹਰ ਕੱਢੀਆਂ ਜਾਂਦੀਆਂ ਨੇ ਉਹਦੇ ਟੈਂਪਰੇਚਰ ਕਰਕੇ, ਠੀਕ ਹੈ, ਉਹਨਾਂ ਨੂੰ ਆਪਾਂ ਥਰਮਲ ਰੇਡੀਏਸ਼ਨਸ ਬੋਲਦੇ ਹਾਂ। ਠੀਕ ਹੈ, ਮਤਲਬ ਟੈਂਪਰੇਚਰ ਕਰਕੇ। ਹੁਣ ਦੇਖੋ ਹੀਟ ਹੈ, ਉੱਥੇ ਟੈਂਪਰੇਚਰ ਜਾਂ ਚੇਂਜ ਆਫ ਸਟੇਟ, ਦੋ ਹੀ ਮੇਨ ਕੰਮ ਨੇ, ਬਸ ਇਹੀ ਸਾਰੇ ਆਪਾਂ ਪੜ੍ਹੀ ਜਾਂਦੇ ਹਾਂ। ਹੁਣ ਜਿਹੜੀਆਂ ਥਰਮਲ ਰੇਡੀਏਸ਼ਨਸ ਨੇ ਇਹਨਾਂ ਦੀਆਂ ਦੇਖੋ ਪ੍ਰੋਪਰਟੀਜ਼ ਕੀ ਨੇ। ਇੱਕ ਤਾਂ ਇਲੈਕਟ੍ਰੋਮੈਗਨੈਟਿਕ ਵੇਵਸ ਹੋਣਗੀਆਂ, ਇਹ ਕੁਐਸਚਨ ਆ ਸਕਦਾ ਥਰਮਲ ਰੇਡੀਏਸ਼ਨ ਦਾ। ਠੀਕ ਹੈ, ਇਲੈਕਟ੍ਰੋਮੈਗਨੈਟਿਕ ਵੇਵਸ ਹੋਣਗੀਆਂ, ਵੇਵ ਲੈਂਥ ਇਹਨਾਂ ਦੀ 1 ਤੋਂ ਲੈ ਕੇ 100 ਮਾਈਕਰੋਮੀਟਰ ਤੱਕ ਹੋਏਗੀ। ਠੀਕ ਹੈ, ਇਨਫਰਾਰੈਡ ਵੇਵਸ ਹੋਣਗੀਆਂ ਅਤੇ ਇਹ ਸਟਰੇਟ ਲਾਈਨ ਦੇ ਵਿੱਚ ਟਰੈਵਲ ਕਰਨਗੀਆਂ। ਮਤਲਬ ਅਗਰ ਕੋਈ ਓਬਜੈਕਟ ਜਿਹੜੀਆਂ ਰੇਡੀਏਸ਼ਨਸ ਨੇ ਐਮਿਟ ਕਰਦਾ ਪਿਆ ਕਿਸੇ ਵੀ ਟੈਂਪਰੇਚਰ ਕਰਕੇ, ਉਹ ਕਿਹੜੀ 'ਚ ਕਰੇਗਾ, ਸਟਰੇਟ ਲਾਈਨਸ ਦੇ ਵਿੱਚ। ਜਿਵੇਂ ਦੇਖੋ ਇਹ ਕੋਈ ਆਪਣੇ ਕੋਲ ਓਬਜੈਕਟ ਹੈ, ਇਹਨੇ ਐਨਰਜੀ ਇਮਿਟ ਕਰਦਾ ਪਿਆ ਟੈਂਪਰੇਚਰ ਡਿਫਰੈਂਸ ਕਰਕੇ, ਤਾਂ ਕੀ ਹੋਏਗਾ, ਇਹ ਸਟਰੇਟ ਲਾਈਨਸ ਦੇ ਵਿੱਚ ਹੀ ਜਿਹੜੀ ਆਪਣੀ ਐਨਰਜੀ ਉਹ ਐਮਿਟ ਕਰੇਗਾ। ਅਤੇ ਉਸ ਤੋਂ ਬਾਅਦ ਹੈਗਾ ਇਹ ਲੋਅ ਆਫ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਨੂੰ ਫੋਲੋ ਕਰਦੀਆਂ ਨੇ ਇਹ ਰੇਡੀਏਸ਼ਨਸ। ਮਤਲਬ ਰਿਫਲੈਕਸ਼ਨ ਮਤਲਬ ਦੇਖੋ ਰਿਫਲੈਕਸ਼ਨ ਕੀ ਹੁੰਦਾ ਵੀ ਕਿਸੇ ਚੀਜ਼ ਨਾਲ ਟਕਰਾ ਕੇ ਵਾਪਸ ਆ ਗਈ। ਮਤਲਬ ਅਗਰ ਇਸ ਓਬਜੈਕਟ ਨੇ ਐਮਿਟ ਕੀਤੀਆਂ ਰੇਜ਼ ਇੱਥੋਂ ਕਿਸੇ ਵੀ ਪਾਰਟੀਕਲ ਦੇ ਨਾਲ ਟਕਰਾ ਕੇ ਉਹ ਵਾਪਸ ਆ ਜਾਣਗੀਆਂ। ਠੀਕ ਹੈ, ਐਵੇਂ ਹੀ ਰਿਫਰੈਕਸ਼ਨ ਕੀ ਹੈ, ਮੰਨ ਕੇ ਚਲੋ ਇਹਨੇ ਇੱਕ ਸਟਰੇਟ ਲਾਈਨ ਦੇ ਵਿੱਚ ਰੇਡੀਏਸ਼ਨਸ ਐਮਿਟ ਕੀਤੀਆਂ, ਉਹ ਕਿਸੇ ਪਾਰਟੀਕਲਸ ਨਾਲ ਟਕਰਾਈਆਂ ਅਤੇ ਉਹ 7 ਕਲਰਸ ਦੇ ਵਿੱਚ ਡਿਵਾਈਡ ਹੋ ਗਈਆਂ। ਠੀਕ ਹੈ, ਮਤਲਬ ਉਹ ਇਹ ਓਬੇ ਕਰਦਾ ਇਹ ਰੂਲਸ। ਕਈ ਇਲੈਕਟ੍ਰੋਮੈਗਨੈਟਿਕ ਵੇਵਸ ਹੁੰਦੀਆਂ ਨੇ ਜੋ ਰਿਫਰੈਕਸ਼ਨ ਅਤੇ ਰਿਫਲੈਕਸ਼ਨ ਦਾ ਲੋਅ ਫੋਲੋ ਨਹੀਂ ਕਰਦੀਆਂ। ਠੀਕ ਹੈ, ਹੁਣ ਕਹਿੰਦੇ ਇਹ ਜਿਹੜਾ ਫਿਨੋਮੀਨਾ ਹੈ ਇੰਟਰਫੇਰੈਂਸ, ਡਿਫਰੈਕਸ਼ਨ ਅਤੇ ਪੋਲਰਾਈਜੇਸ਼ਨ ਨੂੰ ਵੀ ਸ਼ੋ ਕਰਦਾ। ਅਤੇ ਇਹ ਥਰਮਲ ਰੇਡੀਏਸ਼ਨ ਪ੍ਰੋਡਿਊਸ ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ। ਅਤੇ ਇਹ ਕੀ ਹੈ ਵੀ ਬਸ ਹੀਟ ਪ੍ਰੋਡਿਊਸ ਕਰਨਗੀਆਂ। ਠੀਕ ਹੈ, ਮੇਨ ਆਪਾਂ ਇਹਦੇ ਇਹੀ ਪੁਆਇੰਟ ਯਾਦ ਕਰਨੇ ਹੁੰਦੇ ਨੇ ਵੀ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਸਟਰੇਟ ਲਾਈਨ ਦੇ ਵਿੱਚ ਟਰੈਵਲ ਕਰਦੀਆਂ ਨੇ, ਰਿਫਲੈਕਸ਼ਨ ਅਤੇ ਰਿਫਰੈਕਸ਼ਨ ਦਾ ਜਿਹੜਾ ਲੋਅ ਹੈ ਉਹਨਾਂ ਨੂੰ ਫੋਲੋ ਕਰਦੀਆਂ ਨੇ। ਠੀਕ ਹੈ, ਉਂਝ ਹੀਟ ਵੀ ਪ੍ਰੋਡਿਊਸ ਕਰਦੀਆਂ ਨੇ, ਯਾਦ ਕਰਨਾ ਤਾਂ ਆਪਾਂ ਕਰ ਵੀ ਸਕਦੇ ਹਾਂ। ਅਤੇ ਬਸ ਇਹੀ ਆਪਣਾ ਟੋਪਿਕ ਸੀ, ਇਸ ਦੇ ਨਾਲ ਆਪਣਾ ਪੂਰਾ ਚੈਪਟਰ ਕੰਪਲੀਟ ਹੋ ਗਿਆ। ਬਸ ਇਹ ਥੋੜ੍ਹਾ ਆਪਣਾ ਡੈਰੀਵੇਸ਼ਨ ਤੁਹਾਡੇ 'ਤੇ ਡਿਪੈਂਡਡ ਹੈ ਕਰਨੀ ਹੈ ਜਾਂ ਨਹੀਂ ਕਰਨੀ। ਅਤੇ ਉਸ ਤੋਂ ਬਾਅਦ ਹੁਣ ਮੈਂ ਇੱਕ ਵਾਰ ਦੱਸਦਾ ਕਿ ਕਿਹੜੀ ਚੀਜ਼ ਆਪਾਂ ਨੇ ਇਹਦੇ ਵਿੱਚ ਜਿੱਥੋਂ ਜ਼ਿਆਦਾ ਕੁਐਸਚਨਸ ਆਉਣਗੇ। ਦੇਖੋ ਹੀਟ ਟੈਂਪਰੇਚਰ ਦਾ ਬੇਸਿਕ ਪਤਾ ਹੋਣਾ ਚਾਹੀਦਾ ਸਾਨੂੰ, ਥਰਮਲ ਐਕਸਪੈਂਸ਼ਨ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹ ਵੀ ਵੈਸੇ ਤਾਂ ਇੰਪੋਰਟੈਂਟ ਹੈ, ਬਾਕੀ ਸਕੂਲ ਦੇ ਟੀਚਰਸ 'ਤੇ ਡਿਪੈਂਡ ਕਰਦਾ। ਫਿਰ ਐਪਲੀਕੇਸ਼ਨ ਆਫ ਥਰਮਲ ਐਕਸਪੈਂਸ਼ਨ, ਕਿ ਥਰਮਲ ਐਕਸਪੈਂਸ਼ਨ ਨੂੰ ਆਪਾਂ ਯੂਜ਼ ਕਿੱਥੇ ਕਿੱਥੇ ਕਰਦੇ ਹਾਂ। ਜਿਵੇਂ ਜੋ ਆਪਾਂ ਟ੍ਰੇਨਸ ਬਣਾਉਂਦੇ ਹਾਂ ਆਪਾਂ ਪੜ੍ਹ ਚੁੱਕੇ ਹਾਂ, ਵਿੱਚ ਥੋੜ੍ਹੀ ਜਿਹੀ ਸਪੇਸ ਰੱਖੀ ਜਾਂਦੀ ਹੈ ਰੇਲਵੇ ਟਰੈਕਸ ਦੇ ਵਿੱਚ। ਫਿਰ ਅੱਗੇ ਤੋਂ ਛੋਟੇ ਛੋਟੇ ਟੋਪਿਕਸ ਨੇ ਆਪਣੇ, ਸਪੈਸੀਫਿਕ ਹੀਟ ਹੋ ਗਿਆ, ਥਰਮਲ ਸਟਰੈਸ, ਠੀਕ ਹੈ, ਕੈਲੋਰੀਮੀਟਰ, ਚੇਂਜ ਆਫ ਸਟੇਟ, ਲੇਟੈਂਟ ਹੀਟ ਵੀ ਪੜ੍ਹ ਲਿਆ। ਟਰਾਂਸਫਰ ਕਿਹੜੀਆਂ ਨੇ, 3 ਨੇ ਆਪਣੇ ਕੋਲ, ਕਨਵੈਕਸ਼ਨ ਹੋ ਗਿਆ, ਕੰਡਕਸ਼ਨ ਹੋ ਗਿਆ, ਠੀਕ ਹੈ, ਇੱਕ ਰੇਡੀਏਸ਼ਨ। ਉਸ ਤੋਂ ਬਾਅਦ ਨੈਚੁਰਲ ਅਤੇ ਫੋਰਸਡ ਕਨਵੈਕਸ਼ਨ ਵੀ ਆਪਾਂ ਨੇ ਪੜ੍ਹ ਹੀ ਲਿਆ, ਜੋ ਆਪਾਂ ਨੇਚਰ ਵੱਲੋਂ ਹੀ ਨੇ, ਜੋ ਨੈਚੁਰਲੀ ਲੋ ਡੈਂਸਿਟੀ ਤੋਂ ਹਾਈ ਡੈਂਸਿਟੀ ਤੋਂ ਲੋ ਡੈਂਸਿਟੀ 'ਤੇ ਆ ਜਾਂਦੇ ਨੇ ਪਾਰਟੀਕਲਸ, ਉਹ ਨੈਚੁਰਲ ਕਨਵੈਕਸ਼ਨ ਨੇ। ਜੋ ਆਪਾਂ ਫੋਰਸ ਕਰਦੇ ਹਾਂ, ਠੀਕ ਹੈ, ਜੋ ਆਪਣੇ ਆਪ ਨਹੀਂ ਜਾਂਦੇ, ਆਪਾਂ ਖੁਦ ਉਹਨਾਂ ਨੂੰ ਮੂਵਮੈਂਟ ਕਰਵਾਉਂਦੇ ਹਾਂ, ਉਹ ਹੁੰਦੀਆਂ ਨੇ ਫੋਰਸ ਕਨਵੈਕਸ਼ਨ। ਫਿਰ ਐਂਡ 'ਤੇ ਸੀ ਥਰਮਲ ਰੇਡੀਏਸ਼ਨ। ਮਤਲਬ ਜਿਹੜਾ ਆਪਣੇ ਕੋਲ ਆ ਨਿਊਟਨ ਵਾਲਾ ਸੀ ਉਹ ਇੰਨਾ ਇੰਪੋਰਟੈਂਟ ਨਹੀਂ ਹੈਗਾ, ਬਸ ਆਹੀ ਚੀਜ਼ਾਂ ਆਪਾਂ ਨੇ ਕਰਨੀਆਂ ਨੇ। ਸੋ ਇਹਦੇ ਨਾਲ ਹੀ ਸਾਡਾ ਇਹ ਚੈਪਟਰ ਹੋ ਜਾਂਦਾ ਕੰਪਲੀਟ। ਇਸ ਚੈਪਟਰ ਦੀਆਂ 3 ਵੀਡੀਓਜ਼ ਪਈਆਂ ਹੋਈਆਂ ਨੇ, ਉਹ ਤਿੰਨੋਂ ਹੀ ਵੇਖ ਲੈਣਾ। ਅਤੇ ਯੂਨਿਟ 7 ਵੀ ਇਹਦੇ ਨਾਲ ਸਾਡੀ ਕੰਪਲੀਟ ਹੋ ਜਾਂਦੀ ਹੈ, ਬਲਕ ਪ੍ਰੋਪਰਟੀਜ਼ ਆਫ ਮੈਟਰ। ਅਤੇ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਕਿਸੇ ਨਿਊ ਚੈਪਟਰ ਦੇ ਨਾਲ। ਅਤੇ ਟਿਲ ਦੈਨ ਕੀਪ ਲਰਨਿੰਗ ਐਂਡ ਕੀਪ ਸਪੋਰਟਿੰਗ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਤੁਸੀਂ ਦੱਸਣਾ ਜ਼ਰੂਰ ਕਮੈਂਟ ਦੇ ਵਿੱਚ ਕਿ ਸਾਨੂੰ ਸਮਝ ਲੱਗ ਗਿਆ, ਅਤੇ ਆਪਣੇ ਫਰੈਂਡਸ ਦੇ ਨਾਲ ਵੀ ਇਹਨੂੰ ਜ਼ਰੂਰ ਸ਼ੇਅਰ ਕਰਨਾ। ਸੋ ਥੈਂਕ ਯੂ ਸੋ ਮਚ, ਬਾਏ।